प्यारे विद्यार्थियों, मेरा नाम नवनीत कौर है। बच्चों, तुसी रोजाना जिंदगी विच अपने आले दुआले कई प्रकार दीयां चीज़ां वेखदे हो अते उन्हां दी वरतों भी करदे हो, जिवें कि मेज, बक्सा, किताब, इत्थों तक कि जिहड़ा खाने दा डब्बा तुसी स्कूल लैके जांदे हो खाना खाण वास्ते, इन्हां सारियां चीज़ां दी वरतों असीं करदे हां। असीं ये देखदे हां कि इन्हां दे वखरे वखरे आकार हुंदे हन। जिहड़ा स्केल तुसी वरतदे हो भाव फुट्टा ਅਤੇ ਜਿਹੜੀ ਪੈਨਸਿਲ ਨਾਲ ਤੁਸੀਂ ਲਿਖਦੇ ਹੋ ਉਹ ਸਿੱਧੀ ਹੁੰਦੀ ਹੈ। ਇੱਕ ਵੰਗ, 1 ਰੁਪਏ ਦਾ ਸਿੱਕਾ, ਕੜਾ, ਇਹ ਸਾਰੇ ਗੋਲ ਆਕਾਰ ਦੇ ਹੁੰਦੇ ਹਨ। ਪ੍ਰਾਚੀਨ ਕਾਲ ਤੋਂ ਹੀ ਰੇਖਾ ਗਣਿਤ ਨੇ ਸਾਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਸ਼ਾਹੀ ਮਹਿਲਾਂ, ਝੀਲਾਂ, ਮੰਦਰਾਂ, ਸੜਕਾਂ ਦੇ ਨਿਰਮਾਣਾਂ ਦੇ ਵਿੱਚ ਅਸੀਂ ਰੇਖਾ ਗਣਿਤ ਦਾ ਬਹੁਤ ਪ੍ਰਯੋਗ ਕਰਦੇ ਆ ਰਹੇ ਹਾਂ ਤੇ ਅੱਗੇ ਵੀ ਕਰਾਂਗੇ। ਅੱਜ ਕੱਲ੍ਹ ਦੇ ਸਮੇਂ ਵਿੱਚ ਕੱਪੜਿਆਂ ਦੇ ਡਿਜ਼ਾਈਨ, ਇੰਜੀਨੀਅਰਿੰਗ, ਮਾਪਣ, ਵਾਸਤੂ ਕਲਾ ਅਤੇ ਕਲਾ ਦੇ ਖੇਤਰ ਵਿੱਚ ਰੇਖਾ ਗਣਿਤ ਬਹੁਤ ਜ਼ਿਆਦਾ ਉਪਯੋਗ ਹੋ ਰਿਹਾ ਹੈ। ਆਓ ਅੱਜ ਅਸੀਂ ਆਪਣੇ ਆਲੇ ਦੁਆਲੇ ਅਤੇ ਆਪਣੀ ਵਰਤੋਂ ਵਿੱਚ ਆਏ ਹੋਏ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਦੇ ਆਕਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਬਹੁਭੁਜਾਂ ਬਾਰੇ ਸਮਝੀਏ। ਇੱਕ ਬਰੀਕ ਧਾਗਾ ਲਵੋ, ਇਸ ਦੇ ਦੋਹਾਂ ਸਿਰਿਆਂ ਨੂੰ ਬਗੈਰ ਢਿੱਲਾ ਛੱਡੇ ਖਿੱਚੋ। ਇਸ ਤੋਂ ਕੀ ਨਿਰੂਪਤ ਹੁੰਦਾ ਹੈ? ਇਹ ਇੱਕ ਰੇਖਾ ਖੰਡ ਨੂੰ ਨਿਰੂਪਤ ਕਰਦੀ ਹੈ। ਦੋਹਾਂ ਹੱਥਾਂ ਨਾਲ ਫੜੇ ਹੋਏ ਸਿਰੇ ਰੇਖਾ ਖੰਡ ਦੇ ਅੰਤ ਬਿੰਦੂ ਹੁੰਦੇ ਹਨ। ਪਿਆਰੇ ਬੱਚਿਓ, ਕੀ ਤੁਸੀਂ ਕਦੇ ਕਾਗਜ਼ ਉੱਤੇ ਪੈਨਸਿਲ ਨਾਲ ਟੇਢੀਆਂ ਮੇਢੀਆਂ ਰੇਖਾਵਾਂ ਖਿੱਚੀਆਂ ਹਨ? ਅਜਿਹਾ ਕਰਨ ਨਾਲ ਜਿਹੜੀਆਂ ਆਕ੍ਰਿਤੀਆਂ ਤੁਹਾਨੂੰ ਪ੍ਰਾਪਤ ਹੁੰਦੀਆਂ ਹਨ, ਉਹਨਾਂ ਨੂੰ ਵਕਰ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਕੁਝ ਆਕ੍ਰਿਤੀਆਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। ਇਹਨਾਂ ਵਿੱਚੋਂ ਕੁਝ ਆਕ੍ਰਿਤੀਆਂ ਤੁਸੀਂ ਕਾਗਜ਼ ਉੱਤੇ ਬਿਨਾਂ ਪੈਨਸਿਲ ਚੁੱਕੇ ਅਤੇ ਫੁੱਟੇ ਦੀ ਸਹਾਇਤਾ ਤੋਂ ਬਿਨਾਂ ਹੀ ਬਣਾ ਸਕਦੇ ਹੋ। ਇਹ ਸਾਰੀਆਂ ਆਕ੍ਰਿਤੀਆਂ ਵਕਰ ਹਨ। ਆਮ ਭਾਸ਼ਾ ਵਿੱਚ ਵਕਰ ਦਾ ਅਰਥ ਹੁੰਦਾ ਹੈ ਸਿੱਧਾ ਨਹੀਂ, ਪਰ ਗਣਿਤ ਵਿੱਚ ਸਿੱਧੀ ਰੇਖਾ ਵੀ ਵਕਰ ਹੋ ਸਕਦੀ ਹੈ। ਜਿਵੇਂ ਕਿ ਤੁਹਾਨੂੰ ਪਾਠ ਨੰਬਰ 4 'ਚ ਦਰਸਾਇਆ ਗਿਆ ਹੈ। ਧਿਆਨ ਦਿਓ ਕਿ ਇਸ ਚਿੱਤਰ ਵਿੱਚ ਵਕਰ ਨੰਬਰ 3 ਅਤੇ 7 ਆਪ ਹੀ ਆਪਣੇ ਆਪ ਨੂੰ ਕੱਟ ਰਹੀ ਹੈ, ਜਦੋਂ ਕਿ ਵਕਰ ਨੰਬਰ 1, 2, 5 ਅਤੇ 6 ਆਪਣੇ ਆਪ ਨੂੰ ਨਹੀਂ ਕੱਟਦੇ। ਸੋ ਜੇਕਰ ਕੋਈ ਵਕਰ ਆਪਣੇ ਆਪ ਨੂੰ ਨਾ ਕੱਟੇ ਤਾਂ ਉਹ ਸਰਲ ਵਕਰ ਭਾਵ ਸਿੰਪਲ ਕਰਵ ਕਹਿਲਾਉਂਦੀ ਹੈ। ਬੱਚਿਓ, ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਦੋਹਾਂ ਵਕਰਾਂ ਵਿੱਚ ਕੀ ਅੰਤਰ ਹੈ? ਪਹਿਲੀ ਵਕਰ ਇੱਕ ਖੁੱਲੀ ਵਕਰ ਹੈ ਅਤੇ ਦੂਸਰੀ ਵਕਰ ਇੱਕ ਬੰਦ ਵਕਰ ਹੈ। Means first curve is open curve and second curve is closed curve. ਇੱਕ ਬੰਦ ਵਕਰ ਦੀਆਂ ਅਸੀਂ ਕਈ ਉਦਾਹਰਨਾਂ ਦੇਖ ਸਕਦੇ ਹਾਂ। ਤੁਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰੋ ਤੇ ਦੇਖੋ ਕਿ ਤੁਹਾਡੇ ਘਰ ਦੀ ਚਾਰ ਦੀਵਾਰੀ ਘਰ ਨੂੰ ਸੜਕ ਤੋਂ ਅਲੱਗ ਕਰਦੀ ਹੈ। ਸੋ ਤੁਸੀਂ ਚਾਰ ਦੀਵਾਰੀ ਦੇ ਅੰਦਰ, ਚਾਰ ਦੀਵਾਰੀ ਦੀ ਅਤੇ ਚਾਰ ਦੀਵਾਰੀ ਤੋਂ ਬਾਹਰ ਦੀ ਗੱਲ ਕਰਦੇ ਹੋ। ਇਸ ਤਰ੍ਹਾਂ ਹੀ ਇੱਕ ਬੰਦ ਵਕਰ ਨਾਲ
ਸੰਬੰਧਿਤ 3 ਭਾਗ ਹੁੰਦੇ ਹਨ ਜੋ ਇੱਕ ਦੂਸਰੇ ਤੋਂ ਅਲੱਗ-ਅਲੱਗ ਹੁੰਦੇ ਹਨ। ਨੰਬਰ 1 ਵਕਰ ਦਾ ਅੰਦਰਲਾ ਭਾਗ ਭਾਵ A। ਨੰਬਰ 2 ਵਕਰ ਦੀ ਸੀਮਾ ਭਾਵ B। ਅਤੇ ਨੰਬਰ 3 ਵਕਰ ਦਾ ਬਾਹਰਲਾ ਭਾਗ ਭਾਵ C कहलाता है। ਬੱਚਿਓ ਆਓ ਕੁਝ ਹੋਰ ਚਿੱਤਰਾਂ ਦਾ ਅਧਿਐਨ ਕਰਦੇ ਹਾਂ। ਇਹਨਾਂ ਚਿੱਤਰਾਂ ਨੂੰ ਦੇਖੋ ਅਤੇ ਦੱਸੋ ਕਿ ਤੁਸੀਂ ਇਹਨਾਂ ਬਾਰੇ ਕੀ ਕਹਿ ਸਕਦੇ ਹੋ। ਕੀ ਇਹ ਬੰਦ ਚਿੱਤਰ ਹਨ? ਇਹ ਇੱਕ ਦੂਜੇ ਤੋਂ ਕਿਸ ਤਰ੍ਹਾਂ ਅਲੱਗ ਹਨ? ਅਸੀਂ ਦੇਖ ਸਕਦੇ ਹਾਂ ਕਿ ਚਿੱਤਰ 1, 2, 3 ਅਤੇ 4 ਵਿੱਚ ਕੁਝ ਵਿਸ਼ੇਸ਼ਤਾ ਹੈ। ਇਹ ਕੇਵਲ ਰੇਖਾ ਖੰਡਾਂ ਨਾਲ ਬਣੀਆਂ ਹਨ। ਅਜਿਹੀਆਂ ਆਕ੍ਰਿਤੀਆਂ ਨੂੰ ਬਹੁਭੁਜ ਕਹਿੰਦੇ ਹਨ। ਸੋ ਇੱਕ ਆਕ੍ਰਿਤੀ ਬਹੁਭੁਜ ਹੁੰਦੀ ਹੈ ਜਦੋਂ ਉਹ ਇੱਕ ਸਰਲ ਬੰਦ ਆਕ੍ਰਿਤੀ ਹੋਵੇ ਅਤੇ ਕੇਵਲ ਰੇਖਾ ਖੰਡਾਂ ਦੇ ਨਾਲ ਹੀ ਬਣੀ ਹੋਵੇ। ਆਓ ਬੱਚਿਓ 2 ਰੇਖਾ ਖੰਡ ਲਈਏ CD ਅਤੇ PN। ਕੀ ਅਸੀਂ ਇਹਨਾਂ ਦੋਨਾਂ ਰੇਖਾ ਖੰਡਾਂ ਤੋਂ ਇੱਕ ਬੰਦ ਵਕਰ ਬਣਾ ਸਕਦੇ ਹਾਂ? ਇਸ ਦਾ ਉੱਤਰ ਹੈ ਨਹੀਂ, ਕਿ ਅਸੀਂ 2 ਰੇਖਾ ਖੰਡਾਂ ਤੋਂ ਬੰਦ ਵਕਰ ਨਹੀਂ ਬਣਾ ਸਕਦੇ। ਹੁਣ ਅਸੀਂ 3 ਰੇਖਾ ਖੰਡ ਲੈਣੇ ਹਾਂ ਤੇ 3 ਰੇਖਾ ਖੰਡਾਂ ਨੂੰ ਜੋੜ ਕੇ ਅਸੀਂ ਇੱਕ ਤ੍ਰਿਭੁਜ ਬਣਾ ਸਕਦੇ ਹਾਂ ਜਿਸ ਦਾ ਨਾਮ ਹੈ ABC। ਇਸ ਵਿੱਚ ਅਸੀਂ 3 ਰੇਖਾ ਖੰਡਾਂ ਦਾ ਪ੍ਰਯੋਗ ਕੀਤਾ ਹੈ ਜੋ ਕਿ ਤ੍ਰਿਭੁਜ ਦੀਆਂ ਭੁਜਾਵਾਂ ਹਨ। ਸੋ ਤ੍ਰਿਭੁਜ ਦੀਆਂ ਭੁਜਾਵਾਂ AB, BC ਅਤੇ CA ਹਨ। ਤ੍ਰਿਭੁਜ ਦੀਆਂ 3 ਭੁਜਾਵਾਂ ਹੁੰਦੀਆਂ ਹਨ ਅਤੇ 3 ਕੋਣ ਹੁੰਦੇ ਹਨ। ਇਸ ਦੇ ਕੋਣ ਹਨ ਐਂਗਲ A, ਐਂਗਲ B, ਐਂਗਲ C। A, B, C ਕ੍ਰਮਵਾਰ ਤ੍ਰਿਭੁਜ ਦੇ 3 ਸਿਖਰ ਹਨ। ਸਿਖਰ ਉਹ ਬਿੰਦੂ ਹੁੰਦਾ ਹੈ ਜਿੱਥੇ 2 ਭੁਜਾਵਾਂ ਆਪਸ ਵਿੱਚ ਮਿਲਦੀਆਂ ਹਨ। ਪਿਆਰੇ ਵਿਦਿਆਰਥੀਓ, 4 ਰੇਖਾ ਖੰਡਾਂ ਤੋਂ ਬਣੀ ਹੋਈ ਆਕ੍ਰਿਤੀ ਚਤੁਰਭੁਜ ਕਹਾਉਂਦੀ ਹੈ। ਚਤੁਰਭੁਜ ਦੀਆਂ 4 ਭੁਜਾਵਾਂ ਹੁੰਦੀਆਂ ਹਨ ਅਤੇ 4 ਕੋਣ ਹੁੰਦੇ ਹਨ। ਇਸ ਦੀਆਂ ਭੁਜਾਵਾਂ AB, BC, CD ਅਤੇ DA ਹਨ ਅਤੇ ਇਸ ਦੇ ਕੋਣ ਐਂਗਲ A, ਐਂਗਲ B, ਐਂਗਲ C ਅਤੇ ਐਂਗਲ D ਹਨ। ਅਸੀਂ ਇਹ ਦੇਖ ਸਕਦੇ ਹਾਂ ਕਿ ਇਸ ਦੇ 4 ਕੋਨੇ ਹਨ ਤੇ 4 ਕੋਨਿਆਂ ਦੇ ਬਿੰਦੂ ਇਸ ਦੇ ਸਿਖਰ ਕਹਾਉਂਦੇ ਹਨ। ਜੇਕਰ ਅਸੀਂ A ਨੂੰ C ਦੇ ਨਾਲ ਮਿਲਾ ਦਈਏ ਤਾਂ ਇੱਕ ਵਿਕਰਣ ਬਣਦਾ ਹੈ। ਉਸੇ ਤਰ੍ਹਾਂ ਹੀ B ਨੂੰ D ਦੇ ਨਾਲ ਮਿਲਾ ਕੇ ਦੂਸਰਾ ਵਿਕਰਣ ਬਣਾਇਆ ਜਾ ਸਕਦਾ ਹੈ ਤੇ ਇਹ ਵਿਕਰਣ ਆਪਸ ਵਿੱਚ ਬਿੰਦੂ O ਤੇ ਕੱਟਦੇ ਹਨ। ਸੋ ਬੱਚਿਓ, ਅਸੀਂ ਦੇਖਿਆ
ਕਿ 3 ਰੇਖਾਖੰਡਾਂ ਦੇ ਨਾਲ ਅਸੀਂ ਤ੍ਰਿਭੁਜ ਅਤੇ 4 ਰੇਖਾਖੰਡਾਂ ਦੇ ਨਾਲ ਅਸੀਂ ਚਤੁਰਭੁਜ ਬਣਾ ਸਕਦੇ ਹਾਂ। ਇਸ ਤਰ੍ਹਾਂ ਅਗਰ ਅਸੀਂ 5 ਰੇਖਾਖੰਡ ਲਈਏ ਤਾਂ ਸਾਡੇ ਕੋਲ 5 ਭੁਜ ਬਣੇਗਾ। ਜੇਕਰ 6 ਲਈਏ ਤਾਂ 6 ਭੁਜ ਬਣੇਗਾ। ਇਸੇ ਤਰ੍ਹਾਂ ਹੀ ਅਗਰ ਅਸੀਂ 8 ਰੇਖਾਖੰਡ ਲਈਏ ਤਾਂ ਸਾਡੇ ਕੋਲ 8 ਭੁਜ ਬਣਦਾ ਹੈ। ਸੋ ਇਸ ਤਰ੍ਹਾਂ ਰੇਖਾਖੰਡਾਂ ਤੋਂ ਬਣੀਆਂ ਹੋਈਆਂ ਆਕ੍ਰਿਤੀਆਂ ਬਹੁਭੁਜ ਕਹਿਲਾਉਂਦੀਆਂ ਹਨ। ਅਸੀਂ ਬਹੁਭੁਜਾਂ ਦੀਆਂ ਉਹਨਾਂ ਦੀਆਂ ਭੁਜਾਵਾਂ ਦੀਆਂ ਸੰਖਿਆ ਦੇ ਆਧਾਰ ਦੇ ਉੱਤੇ ਵਰਗੀਕਰਨ ਕਰ ਸਕਦੇ ਹਾਂ। ਤੁਸੀਂ ਇਸ ਪ੍ਰਕਾਰ ਦੇ ਆਕਾਰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦੇਖਦੇ ਹੋਵੋਗੇ, ਜਿਵੇਂ ਕਿ ਖਿੜਕੀਆਂ, ਦਰਵਾਜ਼ੇ, ਕੰਧ, ਅਲਮਾਰੀ, ਬਲੈਕਬੋਰਡ, ਇੱਥੋਂ ਤੱਕ ਕਿ ਅਭਿਆਸ ਦੀਆਂ ਪੁਸਤਕਾਂ, ਇਹ ਸਾਰੀਆਂ ਚਤੁਰਭੁਜ ਦੇ ਆਕਾਰ ਦੀਆਂ ਹੁੰਦੀਆਂ ਹਨ। ਫਰਸ਼ ਦੀ ਟਾਇਲ ਵੀ ਚਤੁਰਭੁਜ ਹੁੰਦੀ ਹੈ। ਤ੍ਰਿਭੁਜ ਦੀ ਕਠੋਰਤਾ ਵਾਲੀ ਪ੍ਰਕਿਰਤੀ ਦੇ ਕਾਰਨ ਇਸ ਆਕਾਰ ਦਾ ਇੰਜੀਨੀਅਰਿੰਗ ਨਿਰਮਾਣਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਮਧੂਮੱਖੀ ਵੀ ਆਪਣਾ ਘਰ ਬਣਾਉਣ ਵਿੱਚ 6 ਭੁਜ ਆਕਾਰ ਦਾ ਪ੍ਰਯੋਗ ਕਰਦੀ ਹੈ। ਪਿਆਰੇ ਵਿਦਿਆਰਥੀਓ, ਅਸੀਂ ਬਹੁਭੁਜਾਂ ਦੇ ਬਾਰੇ ਕਾਫੀ ਚਰਚਾ ਕਰ ਲਈ ਹੈ। ਆਓ ਹੁਣ ਬਹੁਭੁਜਾਂ ਦੇ ਕੋਣਾਂ ਦੀ ਗੱਲ ਕਰੀਏ। ਅਸੀਂ ਕਿਸੇ ਵੀ ਬਹੁਭੁਜ ਦੇ ਕੋਣਾਂ ਦਾ ਜੋੜ ਬਹੁਭੁਜ ਨੂੰ ਤ੍ਰਿਭੁਜ ਵਿੱਚ ਵੰਡ ਕੇ ਪਤਾ ਕਰ ਸਕਦੇ ਹਾਂ। ਯਾਦ ਰਹੇ ਕਿ ਤ੍ਰਿਭੁਜ ਦੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਇਹ ਇੱਕ ਤ੍ਰਿਭੁਜ ਹੈ ਅਤੇ ਇਸ ਦੇ ਅੰਦਰਲੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਜੇਕਰ ਅਸੀਂ ਇੱਕ 4 ਭੁਜਾਵਾਂ ਵਾਲਾ ਚਤੁਰਭੁਜ ਲਈਏ ਤਾਂ ਅਸੀਂ ਇਸ ਚਤੁਰਭੁਜ ਦਾ ਇੱਕ ਵਿਕਰਣ ਖਿੱਚ ਕੇ ਇਸ ਨੂੰ 2 ਤ੍ਰਿਭੁਜਾਂ ਵਿੱਚ ਵੰਡ ਸਕਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਇੱਕ ਤ੍ਰਿਭੁਜ ਦੇ ਅੰਦਰਲੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ, ਤਾਂ 2 ਤ੍ਰਿਭੁਜਾਂ ਦੇ ਕੋਣਾਂ ਦਾ ਕੁੱਲ ਜੋੜ 2 ਗੁਣਾ 180 ਡਿਗਰੀ ਭਾਵ 360 ਡਿਗਰੀ ਹੋਵੇਗਾ। ਇਸ ਤਰ੍ਹਾਂ ਹੀ ਅਗਰ ਅਸੀਂ 5 ਭੁਜ ਲਈਏ, ਜਿਹੜਾ ਕਿ 5 ਰੇਖਾਖੰਡਾਂ ਦੇ ਨਾਲ ਬਣਿਆ ਹੋਇਆ ਹੈ, ਭਾਵ ਉਸ ਦੀਆਂ 5 ਭੁਜਾਵਾਂ ਹਨ, ਉਸ ਨੂੰ ਵੀ ਅਸੀਂ ਤ੍ਰਿਭੁਜਾਂ ਵਿੱਚ ਵੰਡ ਸਕਦੇ ਹਾਂ। ਪਿਆਰੇ ਬੱਚਿਓ, ਕੀ ਤੁਸੀਂ ਦੱਸ ਸਕਦੇ ਹੋ ਕਿ ਅਸੀਂ 5 ਭੁਜ ਨੂੰ ਕਿੰਨੇ ਤ੍ਰਿਭੁਜਾਂ ਵਿੱਚ ਵੰਡ ਸਕਦੇ ਹਾਂ? ਬਿਲਕੁਲ ਸਹੀ। ਅਸੀਂ 5 ਭੁਜ ਨੂੰ 3 ਤ੍ਰਿਭੁਜਾਂ ਵਿੱਚ ਵੰਡਿਆ ਹੈ। ਕਿਸੇ ਵੀ ਬਹੁਭੁਜ ਨੂੰ ਤ੍ਰਿਭੁਜਾਂ ਵਿੱਚ ਵੰਡਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਇੱਕ ਹੀ ਬਿੰਦੂ ਤੋਂ ਵਿਕਰਣ ਖਿੱਚਣੇ ਹਨ। ਇੱਕ ਹੀ ਬਿੰਦੂ ਤੋਂ ਵਿਕਰਣ ਖਿੱਚਣ ਦੇ ਨਾਲ ਅਸੀਂ ਕਿਸੇ ਵੀ ਬਹੁਭੁਜ ਨੂੰ ਸਹੀ ਤਰੀਕੇ ਦੇ ਨਾਲ ਤ੍ਰਿਭੁਜਾਂ ਵਿੱਚ ਵੰਡ ਸਕਦੇ ਹਾਂ। ਹੁਣ ਇਸ 5 ਭੁਜ ਨੂੰ ਅਸੀਂ 3 ਤ੍ਰਿਭੁਜਾਂ ਵਿੱਚ ਵੰਡ ਲਿਆ ਹੈ। ਇਸ ਤੋਂ ਭਾਵ 180, 180
ਤੇ 180 3 ਵਾਰ ਆਇਆ ਹੈ, ਭਾਵ 3 ਗੁਣਾ 180 ਡਿਗਰੀ ਬਰਾਬਰ 540 ਡਿਗਰੀ। ਇਸ ਦੇ ਅੰਦਰਲੇ ਕੋਣਾਂ ਦਾ ਜੋੜ ਹੋਵੇਗਾ। ਸੋ ਪੰਜਭੁਜ ਦੇ ਅੰਦਰਲੇ ਕੋਣਾਂ ਦਾ ਜੋੜ 540 ਡਿਗਰੀ ਹੈ। ਇਸ ਤਰ੍ਹਾਂ ਹੀ ਅਗਰ ਅਸੀਂ 6 ਭੁਜ ਡਰਾ ਕਰੀਏ ਜਿਸ ਦੀਆਂ 6 ਭੁਜਾਵਾਂ ਹਨ, ਤਾਂ ਇੱਕ ਹੀ ਬਿੰਦੂ ਤੋਂ ਵਿਕਰਣ ਖਿੱਚ ਕੇ ਅਸੀਂ 6 ਭੁਜ ਨੂੰ 4 ਤ੍ਰਿਭੁਜਾਂ ਵਿੱਚ ਵੰਡ ਸਕਦੇ ਹਾਂ, ਭਾਵ 4 ਗੁਣਾ 180 ਡਿਗਰੀ ਬਰਾਬਰ 720 ਡਿਗਰੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ 6 ਭੁਜ ਦੇ ਅੰਦਰਲੇ ਕੋਣਾਂ ਦਾ ਜੋੜ 720 ਡਿਗਰੀ ਹੈ। 7 ਭੁਜ ਲੈਂਦੇ ਹਾਂ ਜਿਸ ਦੀਆਂ 7 ਭੁਜਾਵਾਂ ਹਨ। ਇੱਕ ਹੀ ਬਿੰਦੂ ਤੋਂ ਵਿਕਰਣ ਖਿੱਚ ਕੇ ਅਸੀਂ 7 ਭੁਜ ਨੂੰ 5 ਤ੍ਰਿਭੁਜਾਂ ਵਿੱਚ ਵੰਡਿਆ ਹੈ, ਤਾਂ ਇਸ ਦੇ ਕੋਣਾਂ ਦਾ ਜੋੜ 5 ਗੁਣਾ 180 ਡਿਗਰੀ ਭਾਵ 900 ਡਿਗਰੀ ਹੋਵੇਗਾ। 8 ਭੁਜ ਦੀ ਗੱਲ ਕਰਦੇ ਹਾਂ, ਜੋ ਕਿ 8 ਰੇਖਾ ਖੰਡਾਂ ਭਾਵ 8 ਭੁਜਾਵਾਂ ਦੇ ਨਾਲ ਬਣਿਆ ਹੋਇਆ ਇੱਕ ਬਹੁਭੁਜ ਹੈ। ਇਸ ਨੂੰ ਤ੍ਰਿਭੁਜਾਂ ਵਿੱਚ ਵੰਡਣ ਤੋਂ ਪਹਿਲਾਂ ਆਓ ਇਹ ਸਪਸ਼ਟ ਕਰੀਏ ਕਿ ਜਦੋਂ ਅਸੀਂ ਤ੍ਰਿਭੁਜ ਦੀ ਗੱਲ ਕੀਤੀ ਭਾਵ 3 ਭੁਜਾਵਾਂ ਦੀ ਗੱਲ ਕੀਤੀ, ਤਾਂ ਅਸੀਂ 1 ਨਾਲ 180 ਨੂੰ ਗੁਣਾ ਕੀਤਾ ਤਾਂ ਆਨਸਰ 180 ਡਿਗਰੀ ਆਇਆ। ਚਤੁਰਭੁਜ ਦੀਆਂ 4 ਭੁਜਾਵਾਂ ਹੋਣ ਕਾਰਨ ਅਸੀਂ 2 ਨਾਲ 180 ਨੂੰ ਗੁਣਾ ਕੀਤਾ ਤੇ ਆਨਸਰ 360 ਡਿਗਰੀ ਆਇਆ। ਪੰਜਭੁਜ ਦੀਆਂ 5 ਭੁਜਾਵਾਂ ਤੋਂ ਬਾਅਦ ਅਸੀਂ 3 ਨਾਲ 180 ਡਿਗਰੀ ਨੂੰ ਗੁਣਾ ਕਰਕੇ 540 ਆਨਸਰ ਕੱਢਿਆ। ਸੋ ਇੱਕ ਪੈਟਰਨ ਬਣ ਗਿਆ ਬੇਟਾ, ਜਿਸ ਤੋਂ ਸਾਨੂੰ ਪਤਾ ਚੱਲਿਆ ਕਿ 3 ਭੁਜਾਵਾਂ ਤੇ ਅਸੀਂ 1 ਲਿਆ ਹੈ, 4 ਭੁਜਾਵਾਂ ਵਿੱਚ ਅਸੀਂ 2 ਨਾਲ ਗੁਣਾ ਕੀਤਾ, 5 ਭੁਜਾਵਾਂ ਵਿੱਚ ਅਸੀਂ 3 ਨਾਲ ਗੁਣਾ ਕੀਤਾ। ਭਾਵ ਜਦੋਂ 3 ਭੁਜਾਵਾਂ ਸੀ ਅਸੀਂ ਵਿੱਚੋਂ 2 ਘਟਾਇਆ, 3 ਵਿੱਚੋਂ 2 ਘਟਾਇਆ ਤੇ ਅਸੀਂ 1 ਨਾਲ ਗੁਣਾ ਕੀਤਾ। ਚਤੁਰਭੁਜ ਦੀਆਂ 4 ਭੁਜਾਵਾਂ ਵਿੱਚ ਅਸੀਂ ਫਿਰ 2 ਘਟਾਇਆ, 4 ਵਿੱਚੋਂ 2 ਘਟਾਇਆ ਤੇ 2 ਨਾਲ 180 ਨੂੰ ਗੁਣਾ ਕੀਤਾ। ਉਸ ਤਰ੍ਹਾਂ ਹੀ ਪੰਜਭੁਜ ਵਿੱਚ 5 ਵਿੱਚੋਂ ਅਸੀਂ 2 ਘਟਾਇਆ ਤੇ ਅਸੀਂ 3 ਨਾਲ 180 ਡਿਗਰੀ ਨੂੰ ਗੁਣਾ ਕੀਤਾ। ਆਓ ਇਸ ਪੈਟਰਨ ਨੂੰ 6 ਭੁਜ 7 ਭੁਜ ਵਿੱਚ ਵੀ ਚੈੱਕ ਕਰੀਏ। 6 ਭੁਜ ਵਿੱਚ 6 ਭੁਜਾਵਾਂ ਵਿੱਚੋਂ ਅਸੀਂ 2 ਘਟਾਈਆਂ, 6 ਮਾਈਨਸ 2 ਕੀਤਾ ਤੇ ਫਿਰ ਅਸੀਂ 4 ਨਾਲ 180 ਡਿਗਰੀ ਨੂੰ ਗੁਣਾ ਕੀਤਾ, ਆਨਸਰ 720 ਡਿਗਰੀ ਆਇਆ। 7 ਭੁਜ ਵਿੱਚ ਅਸੀਂ 7 ਨੂੰ 2 ਨਾਲ ਮਾਈਨਸ ਕੀਤਾ ਤੇ ਸਾਡੇ ਕੋਲ 5 ਆਇਆ। ਅਸੀਂ 5 ਨੂੰ 180 ਡਿਗਰੀ ਦੇ ਨਾਲ ਗੁਣਾ ਕਰਕੇ ਆਨਸਰ ਇਹਦਾ 900 ਡਿਗਰੀ ਆਇਆ। ਇਸ ਤਰ੍ਹਾਂ ਹੀ ਇਸ ਪੈਟਰਨ ਦੇ ਆਧਾਰ ਤੇ ਅਸੀਂ ਵਿਕਰਨ ਡਰਾ ਕੀਤੇ ਬਿਨਾਂ ਹੀ ਦੱਸ ਸਕਦੇ ਹਾਂ ਕਿ 8 ਭੁਜ ਵਿੱਚ ਜੇਕਰ 8 ਭੁਜਾਵਾਂ ਹਨ ਤਾਂ 8 ਵਿੱਚੋਂ 2 ਘਟਾ ਕੇ ਅਸੀਂ 6 ਨਾਲ 180 ਡਿਗਰੀ ਨੂੰ ਗੁਣਾ ਕਰਾਂਗੇ। ਆਓ ਦੇਖ ਲੈਂਦੇ ਹਾਂ। ਜਦੋਂ ਅਸੀਂ ਇੱਕੋ ਬਿੰਦੂ ਤੋਂ ਵਿਕਰਨ ਖਿੱਚ ਕੇ 8 ਭੁਜ ਨੂੰ ਤ੍ਰਿਭੁਜਾਂ ਵਿੱਚ ਵੰਡਿਆ ਤਾਂ ਸਾਡੇ ਕੋਲ 8 ਮਾਈਨਸ 2 ਤ੍ਰਿਭੁਜਾਂ ਬਣੀਆਂ, ਭਾਵ ਸਾਡੇ ਕੋਲ 6 ਤ੍ਰਿਭੁਜਾਂ ਬਣੀਆਂ। ਸੋ ਅਸੀਂ ਇਸ ਨੂੰ 6 ਨਾਲ 180 ਡਿਗਰੀ ਨੂੰ ਗੁਣਾ ਕਰਕੇ 1080 ਡਿਗਰੀ
ਇਸ ਦਾ ਕੋਣ ਜੋੜ ਕੱਢਿਆ। ਸੋ ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੇਕਰ ਸਾਨੂੰ ਕਿਸੇ ਵੀ ਬਹੁਭੁਜ ਦੀਆਂ ਭੁਜਾਵਾਂ ਦੀ ਸੰਖਿਆ ਪਤਾ ਹੈ ਤਾਂ ਅਸੀਂ ਭੁਜਾਵਾਂ ਦੀ ਸੰਖਿਆ ਵਿੱਚੋਂ 2 ਨੂੰ ਘਟਾਵਾਂਗੇ ਤਾਂ ਓਨੀਆਂ ਸਾਡੇ ਕੋਲ ਅੰਦਰ ਤ੍ਰਿਭੁਜਾਂ ਬਣਨਗੀਆਂ। ਤੇ ਅਗਰ ਇਸ ਦਾ ਕੋਣ ਜੋੜ ਕੱਢਣਾ ਹੈ ਤਾਂ ਤ੍ਰਿਭੁਜਾਂ ਦੀ ਸੰਖਿਆ ਨੂੰ 180 ਡਿਗਰੀ ਦੇ ਨਾਲ ਗੁਣਾ ਕਰਨਾ ਪਵੇਗਾ। ਸੋ ਅਸੀਂ ਇਹ ਸਪਸ਼ਟ ਕਰ ਦਈਏ ਕਿ ਜੇਕਰ ਕਿਸੇ ਬਹੁਭੁਜ ਦੀਆਂ n ਭੁਜਾਵਾਂ ਹੋਣ ਤਾਂ ਉਸ ਵਿੱਚ n-2 ਤਿਕੋਣ ਹੋਣਗੇ। ਸੋ ਕੋਣਾਂ ਦਾ ਜੋੜ n-2 ਗੁਣਾ 180 ਡਿਗਰੀ ਹੋਵੇਗਾ। ਮੰਨ ਲਓ ਬੱਚਿਓ ਕਿ ਤੁਹਾਨੂੰ ਪੇਪਰ ਵਿੱਚ ਇੱਕ ਪ੍ਰਸ਼ਨ ਆਇਆ ਹੈ ਕਿ ਇੱਕ ਬਹੁਭੁਜ ਦੀਆਂ 30 ਭੁਜਾਵਾਂ ਹਨ ਤੇ ਉਸ ਦੇ ਅੰਦਰਲੇ ਕੋਣਾਂ ਦਾ ਜੋੜ ਪਤਾ ਕਰੋ। ਤਾਂ ਤੁਸੀਂ ਕੀ ਕਰੋਗੇ? ਬਹੁਤ ਆਸਾਨ ਪ੍ਰਸ਼ਨ ਹੈ। ਅਸੀਂ ਜੋ ਪੈਟਰਨ ਹੁਣੇ ਪੜ੍ਹਿਆ ਹੈ ਉਸ ਦੇ ਆਧਾਰ ਦੇ ਉੱਤੇ ਅਸੀਂ ਦੇਖਿਆ ਹੈ ਕਿ ਭੁਜਾਵਾਂ ਦੀ ਸੰਖਿਆ ਵਿੱਚੋਂ 2 ਮਾਈਨਸ ਕਰਨ ਤੇ ਸਾਨੂੰ ਅੰਦਰ ਬਣੀਆਂ ਹੋਈਆਂ ਤ੍ਰਿਭੁਜਾਂ ਦੀ ਸੰਖਿਆ ਪਤਾ ਚੱਲ ਜਾਂਦੀ ਹੈ। ਸੋ ਅਗਰ ਇਸ ਬਹੁਭੁਜ ਦੀਆਂ 30 ਭੁਜਾਵਾਂ ਹਨ ਤਾਂ 30 - 2 ਬਰਾਬਰ 28 ਤ੍ਰਿਭੁਜਾਂ ਵਿੱਚ ਅਸੀਂ ਇਸ ਬਹੁਭੁਜ ਨੂੰ ਵੰਡ ਸਕਦੇ ਹਾਂ। ਸੋ ਕੋਣਾਂ ਦਾ ਜੋੜ ਹੋਏਗਾ 28 ਗੁਣਾ 180 ਡਿਗਰੀ ਬਰਾਬਰ 5040। ਹੋ ਗਿਆ ਨਾ ਬੱਚਿਓ, ਬਹੁਤ ਆਸਾਨ। ਅਸੀਂ ਸਿੱਖ ਲਿਆ ਕਿ ਜਦੋਂ ਸਾਨੂੰ ਭੁਜਾਵਾਂ ਦੀ ਸੰਖਿਆ ਦਿੱਤੀ ਗਈ ਹੋਵੇ ਤਾਂ ਅਸੀਂ ਕਿਸੇ ਵੀ ਬਹੁਭੁਜ ਦੇ ਕੋਣਾਂ ਦਾ ਜੋੜ ਬਹੁਤ ਆਸਾਨੀ ਨਾਲ ਹੱਲ ਕਰ ਸਕਦੇ ਹਾਂ। ਆਓ ਬੱਚਿਓ ਹੁਣ ਅਭਿਆਸ ਦੇ ਕੁਝ ਪ੍ਰਸ਼ਨ ਕਰੀਏ। ਪਹਿਲਾ ਪ੍ਰਸ਼ਨ ਦੇਖੋ, ਜਾਂਚ ਕਰੋ ਕਿ ਹੇਠਾਂ ਲਿਖਿਆਂ ਵਿੱਚੋਂ ਕਿਹੜੇ ਚਿੱਤਰ ਬਹੁਭੁਜ ਹਨ। ਆਓ ਬੱਚਿਓ ਇਹਨਾਂ ਚਾਰੇ ਚਿੱਤਰਾਂ ਨੂੰ ਵੇਖੀਏ ਅਤੇ ਦੱਸੀਏ ਕਿ ਇਹਨਾਂ ਵਿੱਚੋਂ ਕਿਹੜੇ ਚਿੱਤਰ ਬਹੁਭੁਜ ਹਨ ਤੇ ਕਿਹੜੇ ਚਿੱਤਰ ਬਹੁਭੁਜ ਨਹੀਂ ਹਨ। ਸਭ ਤੋਂ ਪਹਿਲਾਂ ਪਹਿਲਾ ਚਿੱਤਰ ਵੇਖਦੇ ਹਾਂ, ਭਾਗ A। ਭਾਗ A ਦਾ ਚਿੱਤਰ ਰੇਖਾ ਖੰਡਾਂ ਦੇ ਨਾਲ ਬਣਿਆ ਹੋਇਆ ਹੈ, ਪਰ ਇਹ ਆਕ੍ਰਿਤੀ ਬੰਦ ਆਕ੍ਰਿਤੀ ਨਹੀਂ ਹੈ, ਇਸ ਲਈ ਇਹ ਬਹੁਭੁਜ ਨਹੀਂ ਹੈ। ਅਸੀਂ ਦੇਖਿਆ ਹੈ ਕਿ ਬਹੁਭੁਜ ਉਹ ਆਕ੍ਰਿਤੀ ਹੈ ਜੋ ਰੇਖਾ ਖੰਡਾਂ ਦੇ ਨਾਲ ਬਣੀ ਹੋਵੇ ਅਤੇ ਬੰਦ ਹੋਵੇ। ਆਓ ਭਾਗ B ਵੱਲ ਚਲੀਏ। ਭਾਗ B ਦਾ ਚਿੱਤਰ ਰੇਖਾ ਖੰਡਾਂ ਦੇ ਨਾਲ ਬਣਿਆ ਹੋਇਆ ਹੈ ਅਤੇ ਇਹ ਇੱਕ ਬੰਦ ਆਕ੍ਰਿਤੀ ਵੀ ਹੈ, ਇਸ ਲਈ ਭਾਗ B ਦਾ ਚਿੱਤਰ ਇੱਕ ਬਹੁਭੁਜ ਹੈ। ਆਓ ਵੇਖੀਏ ਕਿ ਇਸ ਬਹੁਭੁਜ ਦਾ ਕੀ ਨਾਮ ਹੈ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਬਹੁਭੁਜ ਦਾ ਨਾਮ ਉਸ ਦੀਆਂ ਭੁਜਾਵਾਂ ਦੀ ਸੰਖਿਆ ਦੇ ਆਧਾਰ ਤੇ ਹੁੰਦਾ ਹੈ। ਆਓ ਇਸ ਦੀਆਂ ਭੁਜਾਵਾਂ ਗਿਣੀਏ। ਪਿਆਰੇ ਬੱਚਿਓ, ਇਸ ਦੀਆਂ 6 ਭੁਜਾਵਾਂ ਹਨ ਤਾਂ ਇਸ ਦਾ ਕੀ ਨਾਮ ਹੋਵੇਗਾ? 6 ਭੁਜ। ਭਾਗ C ਵੱਲ ਚੱਲਦੇ ਹਾਂ। ਭਾਗ C ਇੱਕ ਗੋਲ ਆਕ੍ਰਿਤੀ ਹੈ
ਇਹ ਇੱਕ ਬੰਦ ਆਕ੍ਰਿਤੀ ਹੈ, ਪਰ ਇਹ ਆਕ੍ਰਿਤੀ ਰੇਖਾ ਖੰਡਾਂ ਦੇ ਨਾਲ ਨਹੀਂ ਬਣੀ ਹੋਈ। ਇਹ ਇੱਕ ਵਕਰ ਹੈ। ਇੱਕ ਬੰਦ ਵਕਰ ਹੈ means a closed curve। ਇਸ ਕਰਕੇ ਭਾਗ C ਇੱਕ ਬਹੁਭੁਜ ਨਹੀਂ ਹੈ। ਭਾਗ D ਦੇਖਦੇ ਹਾਂ। ਇਹ ਵੀ ਇੱਕ ਬੰਦ ਆਕ੍ਰਿਤੀ ਹੈ। ਇਹ ਦੋ ਰੇਖਾ ਖੰਡਾਂ ਦੇ ਨਾਲ ਅਤੇ ਇੱਕ ਵਕਰ ਦੇ ਨਾਲ ਬਣੀ ਹੋਈ ਹੈ। ਕਿਉਂਕਿ ਇਹ ਚਿੱਤਰ ਰੇਖਾ ਖੰਡਾਂ ਤੋਂ ਪੂਰੀ ਤਰ੍ਹਾਂ ਨਹੀਂ ਬਣਿਆ ਹੋਇਆ, ਇਸ ਕਰਕੇ ਇਹ ਇੱਕ ਬਹੁਭੁਜ ਨਹੀਂ ਹੈ। ਸੋ ਅਸੀਂ ਦੇਖਿਆ ਕਿ ਕੋਈ ਵੀ ਖੁੱਲੀ ਆਕ੍ਰਿਤੀ ਅਤੇ ਵਕਰ ਆਕ੍ਰਿਤੀ ਬਹੁਭੁਜ ਨਹੀਂ ਹੁੰਦੀ। आओ अगला प्रश्न देखते हाँ। हरेक बहुभुज का नाम लिखो। तो पहला पार्ट ए विच असी भुजावां दी गिनती करनी है। इस विच 4 भुजावां हन, तो इस करके इसका नाम चतुर्भुज है। पार्ट बी विच कुल भुजावां 3 हन, इस करके इस बहुभुज का नाम त्रिभुज है। उसी तरह भाग सी दियां बहुभुज दियां कुल भुजावां 5 हन, तां इसका नाम पंजभुज है। ते लास्ट पार्ट डी पार्ट विच बहुभुज दियां कुल भुजावां दी संख्या 8 है, तां इस करके इस दा नाम 8भुज होवेगा। आओ बच्चों एक होर प्रश्न करते हाँ। किसी बहुभुज दा विकर्ण उसदे किसी दो सिखरां नूं जोड़न नाल प्राप्त हुंदा है। एक पंजभुज का रफ चित्र बनाओ अते उस दे विकर्ण खिंचो। आओ इस प्रश्न का हल करिए। जिस तरह कि सानू दिता गया है कि पंजभुज का रफ चित्र बनाना है, तो असी 5 रेखा खंडां दी वरतों करते हुए एक पंजभुज का रफ चित्र बना लेना है अते उसका नाम रखना है ए बी सी डी ई। उसदे हर एक कोने ते हर एक शिखर ते असी नाम लिख देना है। असी एक पंजभुज का रफ चित्र बना लिया है। आओ बच्चों हुण इस दे विकर्ण खिंचिए। शिखर ए तो सी तक एक रेखा खिंचो। शिखर ए तो डी तक एक होर रेखा खिंचो। यह बिंदु ए तो खिंचे गए 2 विकर्ण हैं। शिखर बी तो डी तक एक रेखा खिंचो। शिखर बी तो ई तक भी एक रेखा खिंचो। यह शिखर बी तो खिंचे गए 2 विकर्ण हैं। उस तो बाद शिखर सी तो ई तक एक रेखा खिंचोगे, क्योंकि शिखर सी ए नाल पहला ही मिलिया होया है। ते असी शिखर सी तो ई तक दी एक रेखा खंड खिंचांगे। असी हुण देख लैने हाँ कि पंजभुज विच हर एक शिखर दूसरे शिखर दे नाल मिलिया होया है। तो पंजभुज दे कुल विकर्णां दी संख्या 5 है।
ਸੋ ਵਿਦਿਆਰਥੀਓ, ਅੱਜ ਅਸੀਂ ਰੇਖਾਖੰਡਾਂ ਅਤੇ ਵਕਰਾਂ ਦੇ ਆਧਾਰ ਤੇ ਬਹੁਭੁਜਾਂ ਦਾ ਵਰਗੀਕਰਨ ਕੀਤਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਬੱਚਿਆਂ ਨੂੰ ਅੱਜ ਦੀ ਕਲਾਸ ਬਹੁਤ ਪਸੰਦ ਆਈ ਹੋਵੇਗੀ। ਧੰਨਵਾਦ।